ਧੰਨ ਵਾਹਿਗੁਰੂ ਜੀਓ। ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਅਲ ਸੋਇ। ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਅਲ ਸੋਇ। ਧੰਨ ਵਾਹਿਗੁਰੂ ਜੀਓ। ਗੋਂਡ ਕੂਟਨ ਸੋਇ, ਜੋ ਮਨ ਕੋ ਕੂਟੈ। ਮਨ ਕੂਟੈ ਤੋ ਜਮ ਤੇ ਛੂਟੈ। ਕੁੱਟ ਕੁੱਟ ਮਨ ਕਸਵਟੀ ਲਾਵੈ, ਸੋ ਕੂਟਨ ਮੁਕਤ ਬਹੁ ਪਾਵੈ। ਕੂਟਨ ਕਿਸੈ ਕਹੋ ਸੰਸਾਰ, ਸਗਲ ਬੋਲਨ ਕੇ ਮਾਹੇ ਵਿਚਾਰ। ਰਹਾਉ ਨਾਚਨ ਸੋਇ, ਜੋ ਮਨ ਸਿਉ ਨਾਚੈ। ਝੂਠ ਨਾ ਪਤੀਐ, ਪਰਚੈ ਸਾਚੈ। ਇਸ ਮਨ ਆਗੇ ਪੂਰੈ ਤਾਲ, ਇਸ ਨਾਚਨ ਕੇ ਮਨ ਰਖਵਾਲ। ਬਜ਼ਾਰੀ ਸੋ ਜੋ ਬਜ਼ਾਰੈ ਸੁਧੈ, ਪਾਂਚ ਪਲੀਤਹ ਕੋ ਪ੍ਰਬੁਧੈ। ਨੌ ਨਾਇਕ ਕੀ ਭਗਤ ਪਛਾਨੈ, ਸੋ ਬਾਜ਼ਾਰੀ ਹਮ ਗੁਰ ਮਾਨੇ। ਤਸਕਰ ਸੋਏ ਜੇ ਤਾਤ ਨ ਕਰੈ, ਇੰਦਰੀ ਕੈ ਜਤਨ ਨਾਮ ਉਚਰੈ। ਕਹੋ ਕਬੀਰ ਹਮ ਐਸੇ ਲਖਨ, ਧੰਨ ਗੁਰਦੇਵ ਅਤ ਰੂਪ ਵਿਚਖਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ, ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਾਰਿਆਂ ਨੂੰ ਆਪਣੀ ਮੁਬਾਰਕ ਚਰਨ ਸ਼ਰਨ ਸਤ ਸੰਗਤ ਰੂਪ ਵਿੱਚ ਜੁੜ ਬੈਠਣ ਦਾ ਇਹ ਉੱਤਮ ਸਮਾਂ ਬਖਸ਼ਿਸ਼ ਕੀਤਾ ਹੈ। ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਸੋ ਆਪ ਜੀ ਵਿਦਤ ਹੋ ਕਿ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਆਪਾਂ ਭਗਤ ਕਬੀਰ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ। ਸੋ ਇਸੇ ਲੜੀ ਤਹਿਤ ਆਪ ਜੀ ਨੇ ਹੁਣੇ ਹੀ ਜਿਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਰਾਗ ਗੋਂਡ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 872-73 ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਭਗਤ ਜੀ ਮਹਾਰਾਜ ਨੇ ਕੁਝ ਸ਼ਬਦ ਵਰਤੇ ਨੇ, ਉਹ ਸ਼ਬਦ ਜਿਹੜੇ ਆਮ ਸਮਾਜ ਵਿੱਚ ਵਰਤੇ ਜਾਂਦੇ ਨੇ। ਕੁਝ ਐਸੇ ਕਰਮ ਹਨ ਜਿਨ੍ਹਾਂ ਨੂੰ ਬਹੁ ਗਿਣਤੀ ਸਮਾਜ ਹਕਾਰਤ ਦੀ ਨਜ਼ਰ ਤੋਂ ਵੇਖਦਾ ਹੈ, ਭਾਵ ਨਫ਼ਰਤ ਦੀ ਦ੍ਰਿਸ਼ਟੀ ਤੋਂ ਵੇਖਦਾ ਹੈ। ਉਹਨਾਂ ਕਾਰਜ ਕਰਨ ਵਾਲਿਆਂ ਨੂੰ ਓਪਨਲੀ ਜਨਤਕ ਤੌਰ ਦੇ ਉੱਤੇ ਕੋਈ ਬਹੁਤਾ ਮੂੰਹ ਲਾਉਣਾ ਚੰਗਾ ਜਾਂ ਯੋਗ ਨਹੀਂ ਸਮਝਿਆ ਜਾਂਦਾ। ਭਾਵੇਂ ਕਿ ਮਨੁੱਖ ਖੁਦ ਹੀ ਇਹਨਾਂ ਕੁਕਰਮਾਂ ਵਿੱਚ ਗਰਸਿਆ ਹੋਵੇ, ਪਰ ਉਹ ਜਦੋਂ ਕਿਸੇ ਦੂਸਰੇ ਨੂੰ ਨੀਵਾਂ ਵਿਖਾਉਣਾ ਚਾਹੇ ਤੇ ਅਕਸਰ ਇਹਨਾਂ ਸ਼ਬਦਾਂ ਦੀ ਵਰਤੋਂ ਵੀ ਕਰ ਲੈਂਦਾ ਹੈ। ਆਪਾਂ ਉਹਨਾਂ ਸ਼ਬਦਾਂ ਦੀ ਜੋ ਭਗਤ ਜੀ ਨੇ ਵਿਚਾਰ ਦਿੱਤੀ ਹੈ ਉਹ ਵੀ ਆਪਾਂ ਪੜ੍ਹਾਂਗੇ, ਸਮਝਾਂਗੇ। ਰਹਾਉ ਦੇ ਬੰਦ ਵਿੱਚ ਭਗਤ ਜੀ ਮਹਾਰਾਜ ਕਹਿੰਦੇ ਨੇ, ਸਗਲ ਬੋਲਣ ਕੇ ਮਾਹਿ ਵਿਚਾਰ। ਹਰ ਗੱਲ ਕਹਿਣ ਦੇ ਪਿੱਛੇ ਕੋਈ ਨਾ ਕੋਈ ਭਾਵ ਹੁੰਦਾ ਹੈ, ਕੋਈ ਨਾ ਕੋਈ ਅਰਥ ਹੁੰਦਾ ਹੈ। ਮਨੁੱਖ ਕੋਈ ਵੀ ਗੱਲ ਕਰੇਗਾ ਉਸ ਦੇ ਪਿੱਛੇ ਉਸ ਦੀ ਭਾਵਨਾ ਹੋਏਗੀ, ਮਨਸ਼ਾ ਹੋਏਗੀ, ਮਕਸਦ ਹੋਏਗਾ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਵੀ ਕੋਈ ਸ਼ਬਦ ਉਹੋ ਹੀ ਹੁੰਦਾ ਹੈ, ਗੱਲ ਇੱਕੋ ਜਿਹੀ ਹੁੰਦੀ ਹੈ, ਸ਼ਬਦਾਵਲੀ ਇੱਕੋ ਜਿਹੀ ਹੁੰਦੀ ਹੈ, ਪਰ ਉਸ ਨੂੰ ਦੋ ਮਨੁੱਖ ਵੱਖਰੇ ਵੱਖਰੇ ਅੰਦਾਜ਼ ਤੋਂ ਕਹਿਣਗੇ। ਦੋਵਾਂ ਦੇ ਕਹਿਣ ਦੀ ਮਨਸ਼ਾ, ਮਕਸਦ ਤੇ ਭਾਵਨਾ ਵੱਖਰੀ ਵੱਖਰੀ ਹੋਏਗੀ। ਤੋ ਭਗਤ ਜੀ ਕਹਿੰਦੇ ਨੇ, ਸਗਲ ਬੋਲਣ ਕੇ ਮਾਹਿ ਵਿਚਾਰ। ਹਰ ਗੱਲ ਬੋਲਣ ਦੇ ਪਿੱਛੇ ਇੱਕ ਵੱਖਰਾ ਅਰਥ ਹੈ, ਇੱਕ ਭਾਵ ਹੈ, ਇੱਕ ਮਨਸ਼ਾ ਤੇ ਇੱਕ ਮਕਸਦ ਹੈ, ਜਿਸ ਨੂੰ ਜਾਣੇ ਬਿਨਾਂ ਕਿਸੇ ਵੀ ਗੱਲ ਦੇ ਜਾਇਜ਼ ਅਰਥ ਨੂੰ ਸਮਝਿਆ ਨਹੀਂ ਜਾ ਸਕਦਾ। ਆਪਾਂ ਕਈ ਵਾਰ ਵੇਖਦੇ ਹਾਂ ਵੀ ਕਿਸੇ ਨਾਲ ਕੋਈ ਗੱਲ ਕਰੀਏ, ਉਹਨੂੰ ਗੱਲ ਉਵੇਂ ਸਮਝ ਨਾ ਆਵੇ ਜਿਵੇਂ ਅਸੀਂ ਜਿਸ ਭਾਵਨਾ ਨਾਲ ਕਹੀਏ, ਤੇ ਆਪਾਂ ਕਈ ਵਾਰ ਉਸ ਮਨੁੱਖ ਨੂੰ ਦੁਬਾਰਾ ਐਕਸਪਲੇਨ ਕਰਦੇ ਹਾਂ ਵੀ ਭਾਈ ਸਾਹਿਬ ਜੀ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ, ਮੇਰੇ ਕਹਿਣ ਦਾ ਮਤਲਬ ਇਹ ਹੈ। ਇਸ ਦਾ ਮਤਲਬ ਗੱਲ ਅਸੀਂ ਪਹਿਲਾਂ ਕਹੀ, ਸਾਨੂੰ ਲੱਗਿਆ ਵੀ ਇਹਨੇ ਉਵੇਂ ਨਹੀਂ ਸਮਝੀ ਜਿਸ ਤਰ੍ਹਾਂ ਮੈਂ ਆਖੀ ਹੈ। ਜੋ ਮੈਂ ਇਹਨੂੰ ਸਮਝਾਉਣਾ ਚਾਹੁੰਦਾ, ਮੇਰੇ ਸ਼ਬਦਾਂ ਤੋਂ ਗੱਲ ਉਹ ਨਹੀਂ ਸਮਝੀ ਇਸਨੇ। ਫਿਰ ਆਪਾਂ ਉਹਨੂੰ ਦੁਹਰਾ ਕੇ ਕਹਿੰਦੇ, ਨਹੀਂ ਜੀ, ਮੇਰਾ ਕਹਿਣ ਦਾ ਮਤਲਬ ਇਹ ਨਹੀਂ ਸੀ, ਮੇਰੇ ਕਹਿਣ ਦਾ ਮਤਲਬ ਇਹ ਸੀ। ਤੇ ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਕਈ ਵਾਰ ਆਪਣੇ ਮੂੰਹੋਂ ਕਹੀ ਹੋਈ ਗੱਲ ਦੀ ਦੁਬਾਰਾ ਸਾਨੂੰ ਆਪ ਹੀ ਤਸਦੀਕ ਕਰਨੀ ਪੈਂਦੀ ਹੈ, ਉਹਦਾ ਸਹੀ ਮਾਇਨਾ ਤੇ ਅਰਥ ਸਮਝਾਉਣਾ ਪੈਂਦਾ ਹੈ। ਜ਼ਰਾ ਸੋਚ ਕੇ ਵੇਖੀਏ, ਜਦੋਂ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰ ਲੈਂਦੇ, ਉਹਨਾਂ 'ਚ ਕਿੰਨਾ ਕੁ ਸੱਚ ਹੋਏਗਾ। ਜਿਹੜੀ ਗੱਲ ਕਿਤਨੇ ਹੀ ਕੰਨਾਂ ਦੇ ਵਿੱਚੋਂ ਦੀ ਨਿਕਲ ਕੇ ਸਾਡੇ ਤੱਕ ਪਹੁੰਚੀ ਹੈ, ਕਈ ਵਾਰ ਉਹਦਾ ਅਸਲ ਰੂਪ ਤੇ ਵੈਸੇ ਹੀ ਗਵਾਚ ਜਾਂਦਾ ਹੈ।
ਸਾਨੂੰ ਪਤਾ ਨਹੀਂ ਹੁੰਦਾ ਵੀ ਪਹਿਲੇ ਬੰਦੇ ਨੇ ਜਿਸ ਤਰ੍ਹਾਂ ਗੱਲ ਕਹੀ ਉਹਦਾ ਕਹਿਣ ਦਾ ਮਨਸ਼ਾ ਜਾਂ ਭਾਵ ਜਾਂ ਮਕਸਦ ਕੀ ਸੀ, ਤੇ ਸਾਡੇ ਕੰਨੀ 10ਵੀਂ 15ਵੀਂ ਥਾਈਂ ਆ ਕੇ ਗੱਲ ਪਈ। ਕਈ ਵਾਰ ਗੱਲ ਦਾ ਸ਼ਬਦਾਵਲੀ ਵੀ ਬਦਲ ਜਾਂਦੀ ਹੈ, ਭਾਵ ਅਰਥ ਤੇ ਬਦਲਣਾ ਹੀ ਹੁੰਦਾ। ਇਸ ਤਰ੍ਹਾਂ ਵੀ ਕਈ ਵਾਰ ਵਾਪਰ ਜਾਂਦਾ ਹੈ। ਸੋ ਕਿਸੇ ਗੱਲ ਦੇ ਭਾਵ ਨੂੰ ਸਮਝਣਾ, ਕਿਸੇ ਗੱਲ ਦੇ ਡੂੰਘੇ ਅਰਥ ਨੂੰ ਸਮਝਣਾ, ਇਹ ਬਰੀਕ ਸਮਝ ਦੀ ਖੇਡ ਹੈ। ਇਸ ਨੂੰ ਅਸੀਂ ਵਿਵੇਕ ਬੁੱਧ ਕਹਿੰਦੇ ਹਾਂ। ਇਸ ਕਰਕੇ ਦਾਨੇ ਪੁਰਖ ਕਿਸੇ ਵੀ ਅਫਵਾਹ 'ਤੇ ਯਕੀਨ ਨਹੀਂ ਕਰਨਗੇ ਜਿੰਨਾ ਚਿਰ ਉਹ ਖੁਦ ਉਸ ਗੱਲ ਨੂੰ ਪੜਤਾਲ ਨਾ ਲੈਣ, ਜਾਣ ਨਾ ਲੈਣ। ਕਈ ਵਾਰ ਐਸਾ ਵਾਪਰਦਾ, ਕੋਈ ਮਨੁੱਖ ਮੈਨੂੰ ਆ ਕੇ ਆਖੇਗਾ ਫਲਾਂ ਮਨੁੱਖ ਆਹ ਗੱਲ ਤੁਹਾਡੇ ਬਾਰੇ ਕਰ ਰਿਹਾ ਸੀ, ਤਾਂ ਸਾਡੇ ਅੰਦਰ ਇੱਕ ਉਤੇਜਨਾ ਪੈਦਾ ਹੋ ਜਾਂਦੀ, ਉਹ ਕੌਣ ਹੁੰਦਾ ਇਸ ਤਰ੍ਹਾਂ ਗੱਲ ਕਰਨ। ਹਾਲਾਂਕਿ ਸਾਨੂੰ ਨਹੀਂ ਪਤਾ ਹੁੰਦਾ ਵੀ ਉਹਨੇ ਕਿਸ ਤਰ੍ਹਾਂ ਕਹੀ ਤੇ ਇਹ ਅੱਗੇ ਕਿਸ ਤਰ੍ਹਾਂ ਦੱਸ ਰਿਹਾ। ਬਹੁਤੇ ਬਖੇੜੇ ਜੀਵਨ ਵਿੱਚ ਕਈ ਵਾਰ ਇਵੇਂ ਵੀ ਖੜੇ ਹੋ ਜਾਂਦੇ, ਕਹਿਣ ਵਾਲਾ ਸਾਹਮਣੇ ਨਹੀਂ ਕਹਿੰਦਾ, ਸੁਣਾਉਣ ਵਾਲਾ ਆਪਣੀ ਮਰਜ਼ੀ ਨਾਲ ਸੁਣਾ ਜਾਂਦਾ ਹੈ। ਤੀਜੀ ਥਾਂ ਸੁਣਨ ਵਾਲੇ ਨੇ ਉਸ ਦਾ ਅਰਥ ਆਪਣਾ ਕੱਢ ਲਿਆ। ਕਈ ਤਰ੍ਹਾਂ ਦੀਆਂ ਗਲਤ ਫਹਿਮੀਆਂ, ਕਈ ਤਰ੍ਹਾਂ ਦੀਆਂ ਉਲਝਣਾਂ ਮਨਾਂ ਦੇ ਵਿੱਚ ਪੈਦਾ ਹੋ ਗਈਆਂ, ਦੂਰੀਆਂ ਵੱਧ ਗਈਆਂ। ਇਸ ਤਰ੍ਹਾਂ ਵੀ ਕਈ ਵਾਰ ਵਾਪਰਦਾ। ਸਤਿਗੁਰੂ ਮਹਾਰਾਜ ਨੇ ਰਸਨਾ ਤੋਂ ਬੋਲੇ ਜਾਣ, ਪਹਿਲੀ ਤਾਂ ਗੱਲ ਜਿਹੜੀ ਗੁਰੂ ਸਾਹਿਬ ਨੇ ਕਹੀ ਉਹ ਹੈ, ਮਨ ਨੂੰ ਨਿਰਛਲ ਤੇ ਨਿਸ਼ਕਪਟ ਰੱਖੋ, ਤਾਂ ਕਿ ਚੰਗੇ ਬੋਲਾਂ ਦੀ ਪ੍ਰੋਡਕਸ਼ਨ ਹੋਵੇ। ਫਿਰ ਦੂਜੀ ਗੱਲ ਕਹੀ ਵੀ ਆਪਣੀ ਰਸਨਾ ਦੇ ਬੋਲ ਸਾਦੇ ਸਪਸ਼ਟ ਰੱਖੋ, ਉਹਨਾਂ ਵਿੱਚ ਕਿਸੇ ਲਈ ਜ਼ਾਲਸਾਜੀ, ਧੋਖਾ ਜਾਂ ਹੱਤਕ ਨਾ ਹੋਵੇ। ਜਦੋਂ ਮਨਸ਼ਾ ਚੰਗੀ ਹੈ, ਸੁਣਨ ਦੀ ਭਾਵਨਾ ਵੀ ਚੰਗੀ ਹੋਏਗੀ, ਬੋਲਣ ਦੀ ਭਾਵਨਾ ਵੀ ਚੰਗੀ ਹੋਏਗੀ। ਸਤਿਗੁਰੂ ਸੱਚੇ ਪਾਤਸ਼ਾਹ, ਹੁਣ ਤੁਸੀਂ ਦੇਖੋ, ਇੱਕ ਮਨੁੱਖ ਕ੍ਰੋਧ ਨਾਲ ਕਿਸੇ ਨੂੰ ਗਾਲ ਕੱਢਦਾ, ਕਿਸੇ ਨੂੰ ਕਹਿੰਦਾ ਤੂੰ ਤੇ ਠੱਗ ਹੈ। ਹੁਣ ਇਹਦਾ ਅਰਥ ਇਹੀ ਹੈ ਵੀ ਉਹ ਬੰਦਾ ਠੱਗੀਆਂ ਮਾਰਦਾ, ਪਹਿਨਾਮੀਆਂ ਤੇ ਬੇਈਮਾਨੀਆਂ ਕਰਦਾ। ਇੱਕ ਦੋਸਤ ਦੂਜੇ ਦੋਸਤ ਨੂੰ ਹਾਸੇ ਨਾਲ ਕਹਿ ਦਿੰਦਾ ਤੂੰ ਤੇ ਠੱਗ ਹੈ, ਉਦੋਂ ਉਸ ਤਰ੍ਹਾਂ ਰਿਐਕਟ ਨਹੀਂ ਕੀਤਾ ਜਾਂਦਾ ਅੱਗੋਂ ਜਿਸ ਤਰ੍ਹਾਂ ਇੱਕ ਗੁੱਸੇ ਦੇ ਅੰਦਾਜ਼ ਵਿੱਚ ਕਹੀ ਹੋਈ ਗੱਲ ਦਾ ਕੀਤਾ ਜਾਂਦਾ। ਮਹਾਰਾਜ ਬਾਣੀ 'ਚ ਕਹਿੰਦੇ ਨੇ, ਹਰ ਠੱਗ ਜਗ ਕੋ ਠਗੌਰੀ ਲਾਈ, ਹਰ ਕੇ ਬਿਓ ਕੈਸੇ ਜਿਉ ਮੇਰੀ। ਉਹਨੇ ਤਾਂ ਮੇਰਾ ਮਨ ਹੀ ਠੱਗ ਲਿਆ। ਵਾਹਿਗੁਰੂ ਨੇ ਮੇਰੇ ਮਨ ਨੂੰ ਆਪਣੇ ਪ੍ਰੇਮ ਵਸ ਕਰ ਲਿਆ, ਮੇਰੇ ਨਾਲ ਤਾਂ ਉਹਨੇ ਠੱਗੀ ਮਾਰੀ ਹੈ। ਹੁਣ ਅਜਿਹੇ ਅੰਦਾਜ਼ ਵਿੱਚ, ਅਜਿਹੇ ਭਾਵ ਵਿੱਚ ਕਹੇ ਹੋਏ ਸ਼ਬਦ ਕੁਝ ਹੋਰ ਅਰਥ ਰੱਖਦੇ ਨੇ, ਤੇ ਉਸ ਤਰ੍ਹਾਂ ਆਪਾਂ ਕਿਸੇ ਨੂੰ ਠੱਗ ਕਹੀਏ ਤੇ ਉਹ ਹੋਰ ਅਰਥ ਰੱਖਦਾ ਹੈ। ਸੋ ਕਹਿਣ ਤੋਂ ਭਾਵ ਹੈ, ਸਤਿਗੁਰੂ ਮਹਾਰਾਜ ਦੀ ਬਾਣੀ ਨੇ ਕਿਹਾ ਵੀ ਸਗਲ ਬੋਲਣ ਕੇ ਮਾਹੇ ਵਿਚਾਰ। ਹਰ ਗੱਲ ਕਹਿਣ ਦੇ ਪਿੱਛੇ ਇੱਕ ਭਾਵ ਹੈ, ਮਨਸ਼ਾ ਹੈ ਕਹਿਣ ਵਾਲੇ ਦੀ, ਉਸ ਨੂੰ ਡੂੰਘੀ ਸਮਝ ਦੇ ਨਾਲ ਹੀ ਜਾਣਿਆ ਜਾਏ ਤਾਂ ਕਿਸੇ ਗੱਲ ਦਾ ਭਾਵ ਸਮਝਿਆ ਜਾ ਸਕਦਾ, ਤਾਂ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕਦਾ। ਮਨੁੱਖ ਸ਼ਬਦਾਂ ਦੇ ਰਾਹੀਂ ਫਿਰ ਕੁਰਾਏ ਨਹੀਂ ਪੈਂਦਾ। ਤੇ ਇਸ ਤੋਂ ਨਾਲ ਦੀ ਪਹਿਲੀ ਪੰਕਤੀ 'ਚ ਕਹੇ, ਕੂਟਨ ਕਿਸੈ ਕਹੋ ਸੰਸਾਰ। 4 ਸ਼ਬਦਾਂ ਦੀ ਵਰਤੋਂ ਭਗਤ ਜੀ ਨੇ ਇਸ ਸ਼ਬਦ ਵਿੱਚ ਕੀਤੀ ਹੈ। ਪਹਿਲਾ ਹੈ ਕੂਟਨ, ਦੂਜਾ ਹੈ ਨਾਚਨ, ਤੀਜਾ ਹੈ ਬਜ਼ਾਰੀ ਤੇ ਚੌਥਾ ਹੈ ਤਸਕਰ। ਆਪਾਂ ਵਾਰੀ-ਵਾਰੀ ਹਰ ਬੰਦ ਨੂੰ ਵਿਚਾਰਾਂਗੇ। ਕੂਟਨ ਸ਼ਬਦ ਦਾ ਮਤਲਬ ਹੁੰਦਾ, ਜਿਵੇਂ ਆਪਾਂ ਪੰਜਾਬੀ 'ਚ ਇੱਕ ਸ਼ਬਦ ਵਰਤਦੇ ਫਫੇ ਕੁੱਟਣੀ, ਫਰੇਬ ਕਰਨ ਵਾਲੇ ਨੂੰ ਆਪਾਂ ਕਹਿੰਦੇ ਹਾਂ, ਜਿਹੜਾ ਬੜਾ ਫਰੇਬੀ ਹੋਵੇ। ਜਾਲ ਜਿਹਾ ਵਿਛਾ ਕੇ ਦੂਜੇ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਹਦੀ ਕਮਜ਼ੋਰੀ ਦਾ ਲਾਭ ਲੈ ਕੇ ਉਹਦੇ 'ਚੋਂ ਆਪਣਾ ਫਾਇਦਾ ਕੱਢ ਲਵੇ ਤੇ ਫਰੇਬ ਕਰ ਕਰਕੇ ਫਿਰ ਉਹਨੂੰ ਰਿਝਾਉਣ ਦੀ ਕੋਸ਼ਿਸ਼ ਕਰੇ, ਐਸੀ ਬਿਰਤੀ ਵਾਲੇ ਨੂੰ ਕੂਟਨ ਕਿਹਾ ਜਾਂਦਾ ਹੈ। ਕੋਸ਼ਾਂ ਵਿੱਚ ਇਹਦਾ ਇੱਕ ਹੋਰ ਅਰਥ ਵੀ ਲਿਖਿਆ, ਜਿਸਮ ਫਰੋਸ਼ੀ ਦਾ ਧੰਦਾ ਕਰਨ ਦੀ ਜਿਹੜੀ ਦਲਾਲੀ ਕਰਦਾ ਉਹਨੂੰ ਵੀ ਕੂਟਨ ਕਿਹਾ ਜਾਂਦਾ ਹੈ। ਭਗਤ ਜੀ ਮਹਾਰਾਜ ਨੇ ਹੁਣ ਇਹ ਸ਼ਬਦ ਕੋਈ ਵੀ ਆਪਣੇ ਨਾਲ ਨਾਲ ਲਾਉਣਾ ਪਸੰਦ ਨਹੀਂ ਕਰੇਗਾ। ਭਾਵੇਂ ਅੰਦਰ ਕਾਮ ਵਾਸ਼ਨਾ ਸਿਰੇ ਤੱਕ ਭਰੀ ਹੋਵੇ, ਪਰ ਅਖਵਾਉਣਾ ਕੋਈ ਪਸੰਦ ਨਹੀਂ ਕਰੇਗਾ। ਤੇ ਅਜਿਹਾ ਕਾਰਜ ਕਰਨ ਵਾਲੇ ਨੂੰ ਤਾਂ ਸਮਾਜ ਵਿੱਚ ਸ਼ਾਇਦ ਉਹਦੇ ਨਾਲ ਵੀ ਕੋਈ ਨਾ ਖਲੋਵੇ। ਚੋਰ ਅਖਵਾਉਣਾ ਕੋਈ ਪਸੰਦ ਨਹੀਂ ਕਰੇਗਾ। ਹਾਂ, ਪਿੱਠ ਪਿੱਛੇ ਕਿਸੇ ਦੀ ਚੀਜ਼ ਭਾਵੇਂ ਬੰਦਾ ਆਮ ਭੱਦਰ ਪੁਰਸ਼ ਬਣਿਆ ਵੀ ਚੁੱਕ ਲੈਂਦਾ ਹੈ, ਪਰ ਉਹ
ਨਾ ਤਾਂ ਚੋਰ ਖਵਾਉਣਾ ਪਸੰਦ ਕਰੇਗਾ, ਨਾ ਚੋਰ ਸਾਬਤ ਹੋ ਚੁੱਕੇ ਮਨੁੱਖ ਨਾਲ ਆਪਣੀ ਸਾਂਝ ਦਾ ਹੀ ਪ੍ਰਗਟਾਵਾ ਕਰੇਗਾ ਵੀ ਮੇਰੀ ਉਹਦੇ ਨਾਲ ਬੜੀ ਸਾਂਝ। ਕਦੇ ਕੋਈ ਕਹਿੰਦਾ ਜੀ ਫਲਾਨਾ ਬੜਾ ਵੱਡਾ ਚੋਰ ਹੈ, ਤੇ ਆਪਾਂ ਝੱਟ ਬੋਲ ਪਈਏ ਮੇਰੀ ਤੇ ਉਹਦੇ ਨਾਲ ਬੜੀ ਚੰਗੀ ਸਾਂਝ ਹੈ। ਸਾਨੂੰ ਪਤਾ ਹੈ ਭਾਵੇਂ ਅਸੀਂ ਉਹਦੇ ਨਾਲ ਦਿਲੋਂ ਅਸੀਂ ਵੀ ਉਹਦੇ ਹਮਾਇਤੀ ਹੋਈਏ, ਪਰ ਓਪਨਲੀ ਜਨਤਕ ਤੌਰ 'ਤੇ ਅਸੀਂ ਕਿਸੇ ਚੋਰ ਦਾ ਹਿੱਸਾ ਬਣਨਾ ਪਸੰਦ ਨਹੀਂ ਕਰਾਂਗੇ। ਯਾਨੀ ਕਿ ਕੁਝ ਸ਼ਬਦ ਨੇ ਕੁਝ ਕਰਮਾਂ ਕਰਕੇ ਰੱਖੇ ਗਏ, ਜਿਹੋ ਜਿਹਾ ਕਰਮ ਸੀ ਉਹੋ ਜਿਹਾ ਸ਼ਬਦ, ਅਤੇ ਸ਼ਬਦ ਨੂੰ ਸੁਣਦਿਆਂ ਹੀ ਸਾਨੂੰ ਪਤਾ ਲੱਗ ਜਾਂਦਾ ਵੀ ਉਹ ਕਿਹੋ ਜਿਹੇ ਕੰਮਾਂ ਵਾਲਾ ਬੰਦਾ ਹੋਏਗਾ। ਚੋਰ ਕਹੋ ਤੇ ਪਤਾ ਲੱਗ ਜਾਂਦਾ ਵੀ ਜਿਹੜਾ ਪਿੱਠ ਪਿੱਛੇ ਕਿਸੇ ਚੀਜ਼ ਚੁੱਕਦਾ। ਠੱਗ ਕਹੋ ਤੇ ਪਤਾ ਲੱਗ ਜਾਂਦਾ ਵੀ ਜਿਹੜਾ ਬਿਲਕੁਲ ਕਿਸੇ ਮਨੁੱਖ ਨੂੰ ਝਾਂਸੇ ਵਿੱਚ ਲੈ ਕੇ ਉਹਦਾ ਮਾਲ ਹੜੱਪ ਲੈ, ਉਹਨੂੰ ਕਿਸੇ ਤਰ੍ਹਾਂ ਧੋਖਾ ਦੇਵੇ, ਉਹਨੂੰ ਠੱਗ ਕਿਹਾ ਜਾਂਦਾ। ਤੋ ਕਰਮ ਕਰਕੇ ਸ਼ਬਦ ਆਇਆ, ਅਤੇ ਸ਼ਬਦ ਬੋਲਦਿਆਂ ਸਾਰ ਸਾਡੇ ਦਿਮਾਗ ਵਿੱਚ ਸਾਰੀ ਸਿਚੁਏਸ਼ਨ ਸਮਝ ਵਿੱਚ ਆ ਜਾਂਦੀ ਹੈ ਵੀ ਇਹ ਸ਼ਬਦ ਜਿਹਦੇ ਲਈ ਵਰਤੇ ਵੀ ਉਹ ਕੀ ਕੰਮ ਕਰਦਾ ਹੋਏਗਾ, ਉਹਦਾ ਕੀ ਕਰੈਕਟਰ ਤੇ ਕੀ ਕਿਰਦਾਰ ਹੋਏਗਾ। ਭਗਤ ਜੀ ਮਹਾਰਾਜ ਕਹਿੰਦੇ ਨੇ, ਕੂਟਨ ਕਿਸੈ ਕਹੋ ਸੰਸਾਰ। ਜਗਤ ਦੇ ਲੋਕੋ, ਭਲੇ ਹੀ ਤੁਸੀਂ ਕਿਸੇ ਨੂੰ ਮੰਦੇ ਅਮਲ ਕਰਨ ਵਾਲੇ ਨੂੰ ਜਾਂ ਫਰੇਬ ਕਰਨ ਵਾਲੇ ਨੂੰ, ਜਾਲਸਾਜ਼ੀਆਂ ਕਰਨ ਵਾਲੇ ਨੂੰ ਤੁਸੀਂ ਕੂਟਨ ਕਹਿੰਦੇ ਹੋਵੋਗੇ, ਪਰ ਮੈਂ ਇਸ ਦਾ ਇੱਕ ਹੋਰ ਅਰਥ ਵੀ ਜਾਣਦਾ। ਉਹ ਮੈਂ ਤੁਹਾਡੇ ਨਾਲ ਕਬੀਰ ਜੀ ਕਹਿੰਦੇ ਸਾਂਝਾ ਕਰਦਾ। ਤੁਸੀਂ ਇਕੱਲਾ ਸ਼ਬਦ ਉੱਤੇ ਨਾ ਜਾਣਾ, ਮੇਰੇ ਕਹੇ ਹੋਏ ਭਾਵ ਅਰਥ ਨੂੰ ਜ਼ਰੂਰ ਗ੍ਰਹਿਣ ਕਰਨਾ, ਕਿਉਂਕਿ ਸਗਲ ਬੋਲਣ ਕੇ ਮਾਏ ਵਿਚਾਰ। ਹਰ ਗੱਲ ਕਹਿਣ ਦੇ ਪਿੱਛੇ ਕੋਈ ਮਨਸ਼ਾ ਹੁੰਦੀ ਹੈ। ਇਕੱਲਾ ਸ਼ਬਦ ਨਾ ਫੜ ਲੈਣਾ ਵੀ ਮੈਂ ਕੂਟਨ ਕਹਿ ਰਿਹਾ, ਚੋਰ ਕਹਿ ਰਿਹਾ, ਬਜ਼ਾਰੀ ਕਹਿ ਰਿਹਾ, ਨਾਚਾ ਕਹਿ ਰਿਹਾ, ਇਹ ਸ਼ਬਦ ਨਾ ਲੈਣਾ। ਇਹਨਾਂ ਦਾ ਜੋ ਮੈਂ ਅਰਥ ਭਾਵ ਦੱਸਣ ਲੱਗਿਆ ਉਸ ਨੂੰ ਗ੍ਰਹਿਣ ਕਰਨ ਦਾ ਯਤਨ ਕਰਨਾ। ਤੋ ਕੀ ਕਹਿੰਦੇ ਨੇ ਪਹਿਲੇ ਸ਼ਬਦ ਬਾਰੇ? ਕਹਿੰਦੇ ਨੇ ਕੂਟਨ ਸੋਏ ਜੋ ਮਨ ਕਉ ਕੂਟੈ। ਕਹਿੰਦੇ ਮੈਂ ਤਾਂ ਅਸਲ ਗੱਲ ਸਮਝਦਾ ਵੀ ਬਾਹਰ ਦੁਨੀਆ ਨੂੰ ਫਰੇਬ ਕਰਕੇ ਫਸਾਉਣ ਦੀ ਬਜਾਏ ਨਾ, ਬੰਦਾ ਆਪਣੇ ਵਿਗੜੇ ਮਨ ਨਾਲ ਫਰੇਬ ਕਰਨਾ ਸਿੱਖ ਲੈ। ਵੀ ਬਾਹਰ ਐਵੇਂ ਸਧਾਰਨ ਲੋਕਾਂ ਨੂੰ, ਇੱਕ ਤਾਂ ਬੰਦਾ ਫਰੇਬ ਕਰਦਾ ਕਿਹਦੇ ਨਾਲ? ਜਿਹੜਾ ਤੁਹਾਡੇ ਤੇ ਯਕੀਨ ਕਰਦਾ, ਬਲੀਵ ਕਰਦਾ ਹੈ। ਜਿਹੜਾ ਤੁਹਾਨੂੰ ਆਪਣਾ ਸਮਝ ਲੈਂਦਾ ਬੰਦਾ, ਉਹਨੂੰ ਜਾਲ 'ਚ ਛੇਤੀ ਫਸਾ ਲੈਂਦਾ। ਇਹਦਾ ਮਤਲਬ ਹੈ ਅਗਲੇ ਮਨੁੱਖ ਦੀ ਦਨਾਈ ਦਾ ਤੇ ਭਰੋਸੇ ਦਾ ਨਜਾਇਜ਼ ਫਾਇਦਾ ਚੁੱਕਣਾ, ਇਹ ਤਾਂ ਕੋਈ ਵਡੱਪਣ ਨਾ ਹੋਇਆ, ਇਹ ਤਾਂ ਕੋਈ ਦਨਾਈ ਨਾ ਹੋਈ। ਕਹਿੰਦੇ ਨੇ ਜੇ ਤੂੰ ਏਡਾ ਹੀ ਵੱਡਾ ਫਰੇਬੀ ਹੈ, ਤੈਨੂੰ ਇੰਨੀਆਂ ਹੀ ਘੁਣਤਰਾਂ ਆਉਂਦੀਆਂ ਨੇ, ਜੇ ਤੈਨੂੰ ਇੰਨੀਆਂ ਹੀ ਚਲਾਕੀਆਂ ਆਉਂਦੀਆਂ ਨੇ, ਆਪਣੇ ਵਿਗੜੇ ਮਨ ਨਾਲ ਫਰੇਬ ਕਰਕੇ ਵਿਖਾ। ਮਨ ਤੇਰਾ ਕੁਰਾਏ ਪਿਆ ਹੋਇਆ ਹੈ, ਇਹਨੇ ਤੇਰੇ ਜੀਵਨ ਨੂੰ ਤਬਾਹ ਕੀਤਾ ਹੋਇਆ ਹੈ, ਵਾਸ਼ਨਾ 'ਚ ਗਰਸਿਆ ਹੋਇਆ ਤੂੰ, ਤੇਰਾ ਵਿਗੜਿਆ ਮਨ ਤੈਨੂੰ ਬਦੀਆਂ ਵਾਲੇ ਪਾਸੇ ਲੈ ਕੇ ਜਾਂਦਾ ਹੈ। ਜੇ ਤੂੰ ਇੰਨਾ ਹੀ ਸਿਆਣਾ ਹੈ, ਤੈਨੂੰ ਇੰਨੀਆਂ ਹੀ ਚਲਾਕੀਆਂ ਆਉਂਦੀਆਂ ਨੇ, ਕਰ ਖਾਂ ਇਸ ਵਿਗੜੇ ਮਨ ਨਾਲ ਫਰੇਬ, ਨਾਲੇ ਪਤਾ ਲੱਗੇ ਤੇਰੀ ਸਮਝ ਦਾ। ਭੋਲੇ ਬੰਦੇ ਨੂੰ ਫਰੇਬ 'ਚ ਫਸਾ ਲੈਣਾ ਤੇ ਬੜਾ ਸਹਿਲ ਹੈ। ਉਹਨੂੰ ਤੂੰ ਇਸ ਕਰਕੇ ਫਸਾ ਲਿਆ ਵੀ ਉਹਨੇ ਤੇਰੇ ਤੇ ਯਕੀਨ ਕੀਤਾ, ਭਰੋਸਾ ਕੀਤਾ, ਵਿਸ਼ਵਾਸ ਕੀਤਾ, ਤੇ ਤੂੰ ਉਹਦੇ ਵਿਸ਼ਵਾਸ ਨੂੰ ਤੋੜਿਆ, ਉਹਦੇ ਭਰੋਸੇ ਦਾ ਕਤਲ ਕੀਤਾ। ਮਹਾਰਾਜ ਕਹਿੰਦੇ ਫੇਰ ਪਤਾ ਲੱਗੇਗਾ ਵੀ ਤੈਨੂੰ ਬੜੇ ਚਲਾਕੀ ਆਉਂਦੀ ਏ, ਤੈਨੂੰ ਬੜਾ ਫਰੇਬ ਆਉਂਦਾ ਹੈ। ਕਰ ਖਾਂ ਆਪਣੇ ਵਿਗੜੇ ਮਨ ਨਾਲ ਫਰੇਬ। ਕੂਟਨ ਸੋਏ ਜੋ ਮਨ ਕੋ ਕੂਟੈ। ਜਿਹੜਾ ਆਪਣੇ ਮਨ ਨੂੰ ਸਾਧ ਲਵੇ, ਕੂਟੇ ਦਾ ਅਰਥ ਹੈ ਸਾਧ ਲਵੇ। ਮਨ ਕੂਟੈ ਤੋਂ ਜਮ ਤੇ ਛੂਟੇ। ਕਹਿੰਦੇ ਨੇ ਬਾਹਰ ਲੋਕਾਂ ਨੂੰ ਫਸਾ ਕੇ ਤਾਂ ਪਦਾਰਥ 'ਚ ਵਾਧਾ ਹੋਏਗਾ, ਮਨ ਨਾਲ ਫਰੇਬ ਕਰਕੇ ਵੇਖ, ਮਨ ਨੂੰ ਸਾਧ ਕੇ ਵੇਖ, ਜਮਾਂ ਦੀ ਮਾਰ ਤੋਂ ਛੁੱਟ ਜਾਏਗਾ। ਵਿਕਾਰਾਂ ਦੀ ਪ੍ਰਚੰਡ ਅਗਨੀ ਵਿੱਚ ਸੜਨ ਤੋਂ ਬਚ ਜਾਏਗਾ। ਤੈਨੂੰ ਜਮ ਦੁੱਖ ਨਹੀਂ ਦੇਣਗੇ, ਵਿਕਾਰ ਤੇਰੇ ਤੇ ਹਾਵੀ ਨਹੀਂ ਹੋਣਗੇ। ਫਿਰ ਕਹਿੰਦੇ ਨੇ ਕੁੱਟ ਕੁੱਟ ਮਨ ਕਸਵੱਟੀ ਲਾਵੇ, ਸਾਧ ਸਾਧ ਕੇ, ਅਮੋੜ ਮਨ ਨੂੰ ਮੋੜ ਮੋੜ ਕੇ। ਕੁੱਟਣ ਦਾ ਮਤਲਬ ਹੁੰਦਾ ਹੈ ਸਾਧਣਾ, ਸੋਧਣਾ, ਸਵਾਰਨਾ, ਰੋਕਣਾ, ਮਾੜੇ ਕੰਮ ਤੋਂ ਹਟਕਣਾ। ਜਿਵੇਂ ਮਾਂ ਬਾਪ ਜਾਂ ਵੱਡੇ ਕਈ ਵਾਰ ਬੱਚੇ ਨੂੰ ਝਿੜਕਦੇ ਨੇ, ਤੇ ਕਈ ਵਾਰ ਹਲਕੀ ਜਿਹੀ ਉਸ ਨੂੰ ਕੁੱਟਮਾਰ ਵੀ ਕਰਦੇ ਨੇ, ਉਹ ਜ਼ੁਲਮ ਨਹੀਂ ਹੁੰਦਾ। ਧਿਆਨ ਵਿੱਚ ਰੱਖਣਾ। ਬੱਚਾ ਕਿਸੇ ਚੀਜ਼ ਚੁੱਕ ਲਿਆਇਆ, ਮਾਂ ਨੇ ਹਲਕੀ ਜਿਹੀ ਚਪੇੜ ਮਾਰੀ, ਹੁਣ ਬੱਚਾ ਆਖੇ ਵੀ ਮੇਰੇ ਤੇ ਜ਼ੁਲਮ ਹੋਇਆ, ਮੇਰੀ ਮਾਂ ਜਾਂ ਮੇਰਾ ਬਾਪ ਜਾਂ ਘਰ ਦਾ ਵੱਡਾ ਬੜਾ ਜ਼ਾਲਮ ਹੈ,
ਨਹੀਂ। ਉਹਨਾਂ ਨੇ ਕਿਉਂ ਐਸਾ ਕੀਤਾ? ਉਹ ਤਾੜਨਾ ਸੀ ਵੀ ਇਹਦੇ ਅੰਦਰ ਬਦੀ ਪਨਪ ਰਹੀ ਹੈ। ਅਸੀਂ ਇਹਨੂੰ ਚੋਰ ਨਹੀਂ ਬਣਾਉਣਾ ਚਾਹੁੰਦੇ, ਅਸੀਂ ਇਹਨੂੰ ਮਾੜਾ ਅਨਸਰ ਨਹੀਂ ਬਣਾਉਣਾ ਚਾਹੁੰਦੇ। ਉਹ ਉਸ ਦੀ ਬਦੀ ਕਰਕੇ, ਉਸ ਦੇ ਕੁਕਰਮ, ਉਸ ਦੇ ਮੰਦੇ ਅਮਲ ਕਰਕੇ ਉਸ ਨੂੰ ਤਾੜਨਾ ਕੀਤੀ ਗਈ ਹੈ। ਉਹ ਉਸ ਨੂੰ ਸਵਾਰਨ ਵਾਸਤੇ ਹੈ, ਸੋਧਣ ਵਾਸਤੇ। ਇਸ ਤਰ੍ਹਾਂ ਮਨ ਨੂੰ ਸੋਧੇ ਮਨੁੱਖ, ਇਸ ਤਰ੍ਹਾਂ ਮਨ ਨੂੰ ਹਟਕੇ ਰੋਕੇ। ਕਹਿੰਦੇ ਨੇ ਕੁੱਟ ਕੁੱਟ ਮਨ ਕਸਵੱਟੀ ਲਾਵੇ। ਮਨ ਨੂੰ ਗੁਰੂ ਦੇ ਸ਼ਬਦ ਦੀ ਕਸਵੱਟੀ ਤੇ ਪਰਖਦਾ ਰਹੇ ਵੀ ਇਹ ਸਹੀ ਰਾਹ ਤੇ ਤੁਰ ਰਿਹਾ ਕਿ ਨਹੀਂ ਤੁਰ ਰਿਹਾ। ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸ਼ਬਦ ਹੈ, ਜੋ ਬਾਣੀ ਹੈ, ਜੋ ਉਪਦੇਸ਼ ਹੈ, ਮਨੁੱਖ ਦੀ ਆਤਮਾ, ਮਨੁੱਖ ਦੇ ਮਨ, ਮਨੁੱਖ ਦੀ ਸੁਰਤ ਦੀ ਕਸਵੱਟੀ ਹੈ। ਜੇ ਅਸੀਂ ਬਾਣੀ ਨੂੰ ਇਸ ਰੰਗਤ ਨਾਲ ਸਮਝਣ ਦਾ ਯਤਨ ਕਰੀਏ, ਸਾਡੇ ਬਹੁਤ ਵਿਖਾਦ ਮੁੱਕ ਜਾਣਗੇ, ਬਹੁਤ ਝਗੜੇ ਮੁੱਕ ਜਾਣਗੇ। ਨਿਰੰਤਰ ਅਸੀਂ ਇੱਕ ਸਫ਼ਰ ਕਰਦੇ ਹੋਏ ਆਪਣੇ ਆਪ ਨੂੰ ਮਹਿਸੂਸ ਕਰਾਂਗੇ ਵੀ ਅਸੀਂ ਸਾਰੇ ਟਰੈਵਲ ਕਰ ਰਹੇ ਹਾਂ। ਕੋਈ ਕਿਤੇ ਪਹੁੰਚ ਗਿਆ, ਕੋਈ ਕਿਤੇ ਪਹੁੰਚ ਗਿਆ। ਫਿਰ ਦਾਅਵਾ ਕੋਈ ਨਹੀਂ ਕਰੇ, ਨਾ ਸਾਡੇ 'ਚ ਕੋਈ ਦਾਅਵਾ ਕਰੇਗਾ ਤੇ ਨਾ ਦੂਜੇ ਨੂੰ ਨੀਵਾਂ ਹੀ ਵਿਖਾਏਗਾ। ਧਿਆਨ 'ਚ ਰੱਖਣਾ, ਕਿਉਂਕਿ ਅਸੀਂ ਸਾਰੇ ਇੱਕ ਰਾਹ ਤੇ ਤੁਰ ਰਹੇ ਹਾਂ, ਇੱਕ ਮੰਜ਼ਿਲ ਦੇ ਉੱਤੇ। ਕੋਈ ਸਾਡੇ ਤੋਂ ਇੱਕ ਪੈਰ ਅੱਗੇ ਹੈ, ਕੋਈ 10 ਪੈਰ ਅੱਗੇ ਹੈ, ਕੋਈ ਮੀਲ ਅੱਗੇ ਹੈ, ਕੋਈ 4 ਮੀਲਾਂ ਅੱਗੇ ਹੈ, ਕੋਈ ਸਾਡੇ ਤੋਂ ਪਿੱਛੇ ਇੱਕ ਪੈਰ, ਕੋਈ 2 ਮੀਲਾਂ, ਕੋਈ 4। ਲਾਈਨਾਂ ਲੱਗੀਆਂ ਪਈਆਂ ਨੇ। ਅਗਲਿਆਂ ਵੱਲ ਵੇਖ ਕੇ ਹੌਸਲਾ ਹੋਵੇਗਾ ਤੇ ਮਗਰਲਿਆਂ ਨੂੰ ਉਤਸ਼ਾਹ ਦੇਵਾਂਗੇ। ਫਿਰ ਇਹ ਨਹੀਂ ਕਿਹਾ ਜਾਏਗਾ ਵੀ ਮੈਂ ਤੇਰੇ ਤੋਂ ਵਧੀਆ ਧਰਮੀ ਤੇ ਤੂੰ ਮੇਰੇ ਤੋਂ ਮਾੜਾ ਧਰਮੀ। ਇਹ ਨਹੀਂ ਹੋ ਨਹੀਂ ਸਕਣਾ, ਕਿਉਂਕਿ ਸਾਰੇ ਸਫ਼ਰ ਵਿੱਚ। ਸਿੱਖ ਦਾ ਅਰਥ ਹੀ ਇਹ ਹੈ, ਜਦੋਂ ਅਸੀਂ ਗੁਰੂ ਸ਼ਬਦ ਨੂੰ ਕਮਾਉਂਦੇ ਹਾਂ, ਪੜ੍ਹਦੇ ਹਾਂ, ਕਿ ਜੀਵਨ ਜਿਉਣੇ ਗੁਰੂ ਨੂੰ ਸਮਰਪਿਤ ਹੋ। ਸਾਡੇ 'ਚ ਲੱਖਾਂ ਗਲਤੀਆਂ ਤੇ ਭੁੱਲਾਂ ਹੋਣਗੀਆਂ, ਔਰ ਹੈਨ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਾਤੇ। ਦਾਅਵਾ ਕਦੇ ਨਹੀਂ ਹੋਏਗਾ ਵੀ ਹਾਂ ਮੈਂ ਪਰਫੈਕਟ ਹਾਂ। ਨਹੀਂ, ਆਖਰੀ ਸਾਹ ਤੱਕ ਵੀ ਅਸੀਂ ਇਹੋ ਹੀ ਜੋਦੜੀ ਕਰਾਂਗੇ, ਮਹਾਰਾਜ ਅਸੀਂ ਤੇ ਔਗਣੇ ਆ ਰਹੇ ਹਾਂ। ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤ ਰਸਾਤ ਲਿਓਟ ਤੁਹਾਰੀ। ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਤਾਂ ਔਗਣਾਂ ਦਾ ਭਰਿਆ ਜੀ, ਸਾਰੇ ਗੁਣ ਤਾਂ ਤੇਰੇ ਨੇ, ਜਿਹੜੇ ਤੂੰ ਬਖਸ਼ੇ ਵੀ ਤੇਰੇ, ਜਿਹੜੇ ਤੂੰ ਬਖਸ਼ਣੇ ਨੇ ਉਹ ਵੀ ਤੇਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਤੋ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਸੋ ਕੂਟਨ ਮੁਕਤ ਬਹੁ ਪਾਵੈ। ਉਹਨੂੰ ਮੈਂ ਸਮਝਾਂਗਾ ਵੀ ਹਾਂ ਇਹਨੇ ਚੰਗਾ ਫਰੇਬ ਕੀਤਾ ਹੈ, ਆਪਣੇ ਵਿਗੜੇ ਮਨ ਨੂੰ ਸਾਧਿਆ, ਗੁਰੂ ਸ਼ਬਦ ਦੀ ਕਸਵੱਟੀ ਤੇ ਬਾਰ-ਬਾਰ ਆਪਣੇ ਵਜੂਦ ਨੂੰ ਪਰਖਿਆ। ਫਿਰ ਕਹਿੰਦੇ ਨੇ ਉਹ ਵਿਕਾਰਾਂ ਤੋਂ, ਬਹੁ ਵਿਕਾਰਾਂ ਤੋਂ ਮੁਕਤ ਹੋ ਜਾਏਗਾ, ਉਹਦਾ ਭਲਾ ਹੋਏਗਾ, ਉਹਦੀ ਕਲਿਆਣ ਹੋਏਗੀ। ਹੁਣ ਦੂਜੇ ਸ਼ਬਦ ਦੀ ਬਾਤ ਪਾਉਂਦੇ ਹਨ, ਨਾਚਨ ਸੋਏ ਜੋ ਮਨ ਸਿਓ ਨਾਚੈ। ਨਚਾਰ ਉਹ ਸ਼ਬਦ ਹੈ ਜਿਹੜੇ ਕੋਸ਼ਾਂ 'ਚ ਲਿਖੇ ਨੇ, ਬਹੁਤੇ ਨਹੀਂ ਕਹੇ ਜਾ ਸਕਦੇ ਸੰਗਤੀ ਰੂਪ ਵਿੱਚ। ਨਚਾਰ ਨੱਚਣ ਵਾਲਾ, ਜਿਹੜਾ ਨੱਚਣ ਦਾ ਪੇਸ਼ਾ ਕਰਦਾ ਹੈ, ਸੜਕਾਂ ਵਿੱਚ, ਗਲੀਆਂ ਵਿੱਚ, ਚੁਰਾਹਿਆਂ 'ਤੇ ਜਾ ਕੇ, ਲੋਕਾਂ ਦੇ ਘਰਾਂ 'ਚ ਜਾ ਕੇ, ਇਸ ਤਰ੍ਹਾਂ ਦਾ। ਹੁਣ ਤਾਂ ਇਹਨਾਂ ਸ਼ਬਦਾਂ ਨੂੰ ਕੋਈ ਹਕਾਰਤ ਨਾਲ ਨਹੀਂ ਨਾ ਵੇਖਦਾ। ਹੁਣ ਤਾਂ ਹਰ ਬੰਦੇ ਕੋਲ ਮੋਬਾਈਲ ਹੈ ਅਤੇ ਹਰ ਬੰਦਾ ਹੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਿਹਾ। ਕੋਈ ਵਾਹਿਗੁਰੂ ਆਖੇ ਨਾ ਆਖੇ, ਨੱਚਦਾ ਸਾਰਾ ਜਹਾਨ ਹੀ ਹੈ। ਹੁਣ ਤਾਂ ਮੁਆਫ ਕਰਨਾ, ਘਰ ਦੇ ਜਵਾਨ ਬੱਚੇ ਵੀ ਨੱਚਣ ਅਤੇ ਮਾਂ ਬਾਪ ਨਹੀਂ ਕਹਿੰਦੇ ਵੀ ਪੁੱਤ ਇਹ ਤੁਸੀਂ ਕਰ ਕੀ ਰਹੇ ਹੋ। ਉਹ ਖੁਸ਼ ਹੋ ਰਹੇ ਨੇ, ਉਹ ਵੀਡੀਓ ਸ਼ੇਅਰ ਕਰਦੇ, ਸਾਡੀ ਧੀ ਦੀ ਵੀਡੀਓ ਲਾਈਕ ਕਰੋ। ਜ਼ਮਾਨਾ ਇਹ ਹੈ, ਕੀ ਬਜ਼ੁਰਗ, ਕੀ ਜਵਾਨ, ਕੀ ਬੱਚੇ, ਸਭ ਇਸੇ ਕੰਮ ਲੱਗੇ ਹੋਏ ਹਾਂ ਅਸੀਂ। ਤੁਸੀਂ ਵੇਖੋ ਜ਼ਰਾ, ਕਿਸੇ ਵੇਲੇ ਇਹ ਕੰਮ ਕਰਨ ਵਾਲੀ ਖਾਸ ਸ਼੍ਰੇਣੀ ਹੁੰਦੀ ਸੀ। ਹੁਣ ਤਾਂ ਜਿਹਨੂੰ ਮੌਕਾ ਬਣਦਾ ਹੈ ਨਾ ਜੀ, ਉਹ ਛੱਡਦਾ ਨਹੀਂ, ਅਤੇ ਜਿਹਨੂੰ ਨਹੀਂ ਬਣਿਆ ਉਹ ਪਾਕ ਦਾਮਨ ਹੈ। ਹੁਣ ਤਾਂ ਇਹ ਹਾਲਾਤ, ਇਹ ਸਿਚੁਏਸ਼ਨ ਹੈ। ਹੁਣ ਤਾਂ ਉਹ ਸ਼ਬਦ ਬੋਲੇ ਜਾ ਰਹੇ ਹੁੰਦੇ ਨੇ, ਨੱਚਣ ਵਾਲੇ ਪਿਓ ਧੀ ਵੀ ਹੁੰਦੇ ਨੇ ਅਤੇ ਨਹੁੰ ਸਹੁਰਾ ਵੀ ਹੁੰਦੇ ਨੇ, ਅਤੇ ਜੋ ਵੱਜ ਰਿਹਾ ਹੁੰਦਾ ਗਾਣੇ ਦੇ ਵਿੱਚ ਉਹ ਕੁਝ ਵੱਖਰੀ ਟਿਊਨ ਹੁੰਦੀ ਹੈ। ਕੌਣ ਜਾਣਦਾ ਵੀ ਇਹ ਕੀ ਹੋ ਰਿਹਾ?
ਯਾਨੀ ਇੱਕ ਪਰਦਾ, ਇੱਕ ਲਕੀਰ ਰਿਸ਼ਤਿਆਂ ਦੀ, ਇੱਕ ਰਿਸ਼ਤਿਆਂ ਦਾ ਸਟੇਟਸ, ਇੱਕ ਰਿਸਪੈਕਟ, ਉਹ ਸਾਰਾ ਕੁਝ ਜਿਹੜਾ ਉਹ ਰਲਗੱਡ ਹੋ ਗਿਆ। ਹੁਣ ਤਾਂ ਲੋਕ ਉਹਨੂੰ ਉਸ ਸ਼ਬਦ ਨੂੰ ਵੀ ਮਾੜਾ ਨਹੀਂ ਸਮਝਦੇ। ਪਹਿਲਾਂ ਉਹਨਾਂ ਦੀ ਸ਼੍ਰੇਣੀ ਹੁੰਦੀ ਸੀ ਕਬੀਰ ਸਾਹਿਬ ਜੀ ਦੇ ਵੇਲੇ। ਹੁਣ ਕਬੀਰ ਜੀ ਨੇ ਜਦੋਂ ਇਹ ਸ਼ਬਦ ਵਰਤਿਆ ਤਾਂ ਉਹ ਕਹਿੰਦੇ ਨੇ, ਨਾਚਨ ਸੋਏ ਜੋ ਮਨ ਸਿਓ ਨਾਚੈ। ਮੈਂ ਅਸਲ ਨੱਚਣ ਵਾਲਾ ਭਾਈ ਉਹਨੂੰ ਸਮਝਦਾ ਜਿਹੜਾ ਆਪਣੇ ਮਨ ਨਾਲ ਨੱਚ, ਭਾਵ ਮਨ 'ਚ ਨੱਚਦਾ ਬੰਦਾ ਕਦੋਂ? ਜਦੋਂ ਖੁਸ਼ੀ 'ਚ, ਉਤਸ਼ਾਹ 'ਚ। ਕਹਿੰਦੇ ਜਿਹੜਾ ਆਪਣੇ ਮਨ ਨੂੰ ਉਤਸ਼ਾਹ 'ਚ ਰੱਖਦਾ, ਡਾਵਾਂ ਡੋਲ ਨਹੀਂ ਹੋਣ ਦਿੰਦਾ, ਉਦਾਸ ਤੇ ਮਾਯੂਸ ਨਹੀਂ ਹੋਣ ਦਿੰਦਾ, ਮਨ ਨੂੰ ਢਹਿੰਦੀ ਕਲਾ ਵਿੱਚ ਨਹੀਂ ਗਰਕਣ ਦਿੰਦਾ, ਸਦਾ ਉਤਸ਼ਾਹ 'ਚ ਰੱਖਦਾ, ਚੜ੍ਹਦੀ ਕਲਾ 'ਚ ਰੱਖਦਾ। ਝੂਠ ਨਾ ਪਤੀਐ ਪਰਚੈਸ, ਜਿਹੜਾ ਝੂਠ ਵਿੱਚ ਨਹੀਂ ਪਤੀਜਦਾ, ਝੂਠ ਵਿੱਚ ਨਹੀਂ ਭਿੱਜਦਾ, ਮਨ ਨੂੰ ਸਦਾ ਸੱਚ ਵਿੱਚ ਜੋੜ ਕੇ ਰੱਖਦਾ ਹੈ, ਤੇ ਜਿਹਨੂੰ ਸੱਚ ਤੋਂ ਸੰਤੁਸ਼ਟੀ ਮਿਲਦੀ ਹੈ, ਸੱਚੀ ਤੇ ਖਰੀ ਗੱਲ ਤੇ ਸੱਚੇ ਤੇ ਖਰੇ ਕੰਮ ਵਿੱਚੋਂ ਜਿਹਨੂੰ ਸਿਦਕ ਆਉਂਦਾ ਹੈ, ਰੱਜ ਆਉਂਦਾ ਹੈ। ਫਿਰ ਅੱਗੇ ਕਹਿੰਦੇ ਨੇ, ਇਸ ਮਨ ਆਗੇ ਪੂਰੇ ਤਾਲ। ਜਿਵੇਂ ਤਾਲ ਵਜਾਉਣ ਵਾਲਾ ਤਾਲ ਵਜਾਉਂਦਾ ਸੀ ਨਾ ਸਾਜ਼, ਤੇ ਉਹਦੇ ਤਾਲ ਦੇ ਉੱਤੇ ਹੀ ਨੱਚਣ ਵਾਲਾ ਨੱਚਦਾ ਸੀ। ਕਬੀਰ ਜੀ ਕਹਿੰਦੇ ਇਸ ਮਨ ਦੇ ਅੱਗੇ ਉਹ ਤਾਲ ਵਜਾਏ, ਭਾਵ ਮਨ ਨੂੰ ਸਦਾ ਉਤਸ਼ਾਹ ਵਿੱਚ ਰੱਖੇ, ਲਗਨ ਵਿੱਚ ਰੱਖੇ, ਉਤਸ਼ਾਹ 'ਚ ਜੋੜੀ ਰੱਖਣ ਦੀ ਇੱਕ ਲਗਨ ਬਣਾਈ ਰੱਖੇ ਆਪਣੇ ਮਨ ਨੂੰ। ਇਸ ਨਾਚਨ ਕੇ ਮਨ ਰਖਵਾਲ, ਅਜਿਹਾ ਨਾਚ ਕਰਨ ਵਾਲੇ ਦੇ, ਜਿਹਦੀ ਡੈਫੀਨੇਸ਼ਨ ਕਬੀਰ ਜੀ ਮਹਾਰਾਜ ਦੇ ਰਹੇ ਨੇ, ਕਹਿੰਦੇ ਨੇ ਉਹਦੇ ਮਨ ਦਾ ਰਖਵਾਲਾ ਆਪ ਸੱਚਾ ਪਰਮੇਸ਼ਰ ਹੈ। ਉਹਦੇ ਮਨ ਨੂੰ ਕਦੇ ਗਰਕਣ ਨਹੀਂ ਦਿੰਦਾ, ਡਾਵਾਂ ਡੋਲ ਨਹੀਂ ਹੋਣ ਦਿੰਦਾ, ਉਦਾਸ ਮਾਯੂਸ ਨਹੀਂ ਹੋਣ ਦਿੰਦਾ, ਮਨ ਨੂੰ ਢਹਿੰਦੀ ਕਲਾ 'ਚ ਨਹੀਂ ਜਾਣ ਦਿੰਦਾ। ਤੀਜਾ ਸ਼ਬਦ, ਬਜ਼ਾਰੀ ਸੋ ਜੋ ਬਜ਼ਾਰੈ ਸੁਧ ਹੈ। ਬਜ਼ਾਰੀ ਰਾਸਧਾਰੀਆਂ ਨੂੰ ਕਹਿੰਦੇ ਨੇ, ਨਕਲਾਂ ਕਰਨ ਵਾਲੇ, ਨਕਲਾਂ ਲਾਉਣ ਵਾਲੇ। ਮਹਾਰਾਜ ਦੀ ਬਾਣੀ 'ਚ ਆਪਾਂ ਪੜ੍ਹਿਆ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ। ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਰਾਸਧਾਰੀਆਂ ਬਾਰੇ ਉਹਨਾਂ ਨੇ ਇਹ ਉਦਾਹਰਣ ਦਿੱਤੀ। ਨਕਲਾਂ ਲਾਉਣ ਵਾਲੇ, ਅਸਲ ਨਕਲਚੀ ਕੌਣ ਨੇ? ਜੋ ਬਾਜ਼ਾਰ ਸੁਧ ਹੈ, ਜਿਹੜੇ ਆਪਣੇ ਸਰੀਰ ਦੇ ਇਸ ਬਾਜ਼ਾਰ ਨੂੰ, ਪੰਜਾਂ ਗਿਆਨ ਇੰਦਰੀਆਂ ਨੂੰ ਪਾਕ ਦਾਮਨ ਰੱਖਣ ਦਾ ਯਤਨ ਕਰਦੇ ਨੇ। ਪੰਜਾਂ ਇੰਦਰੀਆਂ ਦੇ ਨਾਲ ਜਿਹੜੇ ਪਾਪ ਤੋਂ ਹੋੜਦੇ ਤੇ ਰੋਕਦੇ ਨੇ ਆਪਣੇ ਇੰਦਰੀਆਂ ਨੂੰ। ਫਿਰ ਕਹਿੰਦੇ ਨੇ ਪਾਂਚ ਪਲੀਤਾਂ ਕਾ ਪ੍ਰਬੁੱਧ ਹੈ, ਪਲੀਤ ਹੋਏ, ਵਿਕਾਰਾਂ 'ਚ ਗਰਸੇ ਹੋਏ ਇਹਨਾਂ ਪੰਜਾਂ ਗਿਆਨ ਇੰਦਰੀਆਂ ਨੂੰ ਪ੍ਰਬੁੱਧ ਦੇ ਚੰਗੇ ਪਾਸੇ ਲਾਉਣ ਦਾ ਆਹਰ ਕਰਦੇ ਨੇ, ਘਾਲਣਾ ਘਾਲਦੇ ਨੇ। ਨੌ ਨਾਇਕ ਕੀ ਭਗਤ ਪਛਾਣੈ, ਜਿਹੜਾ ਨੌ ਖੰਡਾਂ ਦਾ, ਭਾਵ ਕੁੱਲ ਕਾਇਨਾਤ ਦਾ ਜਿਹੜਾ ਮਾਲਕ ਹੈ, ਉਹਦੀ ਭਗਤੀ ਦੀ ਪਛਾਣ ਕਰਦੇ ਨੇ ਵੀ ਉਹਦੀ ਭਗਤੀ ਪ੍ਰੇਮ ਤੇ ਗੁਣਾ ਨਾਲ ਹੁੰਦੀ। ਇਸ ਗੱਲ ਨੂੰ ਪਛਾਣ ਲੈਂਦੇ ਨੇ ਜਿਹੜੇ। ਸੋ ਬਜ਼ਾਰੀ ਹਮ ਗੁਰ ਮਾਨੇ, ਕਹਿੰਦੇ ਮੈਂ, ਕਬੀਰ ਜੀ ਮਹਾਰਾਜ ਕਹਿੰਦੇ ਮੈਂ ਤਾਂ ਆਪਣੇ ਗੁਰੂ ਸਾਹਿਬ ਦੇ ਬਚਨਾਂ ਮੁਤਾਬਕ, ਆਪਣੇ ਗੁਰੂ ਦੀ ਦਿੱਤੀ ਸਿੱਖਿਆ ਮੁਤਾਬਕ ਮੈਂ ਤਾਂ ਅਸਲ ਬਜ਼ਾਰੀ ਉਹਨੂੰ ਸਮਝਦਾ। ਹੁਣ ਚੌਥਾ ਬੰਦ ਹੈ, ਤਸਕਰ ਸੋਏ ਜੇ ਤਾਤ ਨਾ ਕਰੇ। ਤਸਕਰ ਚੋਰ ਨੂੰ ਕਹਿੰਦੇ ਨੇ। ਕਹਿੰਦੇ ਨੇ ਅਸਲ ਤਸਕਰ ਆਤਮਿਕ ਜੀਵਨ ਦੇ ਰਾਹ ਦੇ ਉੱਤੇ ਉਹ ਹੈ ਜੇ ਤਾਤ ਨਾ ਕਰੇ, ਜਿਹੜਾ ਕਿਸੇ ਨਾਲ ਈਰਖਾ ਨਾ ਕਰੇ, ਆਪਣੇ ਅੰਦਰ ਦੀ ਈਰਖਾ ਨੂੰ ਚੋਰੀ ਕਰ ਲੈ, ਬਜਾਏ ਇਹਦੇ ਵੀ ਲੋਕਾਂ ਦੀਆਂ ਕਮਾਈ ਦੀਆਂ ਚੀਜ਼ਾਂ ਚੁੱਕਦਾ ਫਿਰੇ, ਲੋਕਾਂ ਦੀ ਮਿਹਨਤ ਮਸ਼ੱਕਤ ਤੇ ਹੱਥ ਸਾਫ਼ ਕਰਦਾ ਫਿਰੇ। ਉਹ ਕੀ ਕਰੇ? ਆਪਣੇ ਅੰਦਰ ਦੀ ਈਰਖਾ ਦੀ ਚੋਰੀ ਕਰੇ, ਆਪਣੇ ਅੰਦਰ ਈਰਖਾ ਨਾ ਰਹਿਣ ਦੇਵੇ, ਆਪਣੇ ਅੰਦਰ ਤੋਂ ਤਾਤ ਪਰਾਈ ਦੂਰ ਕਰ ਦੇਵੇ। ਤਾਤ ਦਾ ਅਰਥ ਹੁੰਦਾ ਹੈ ਮੇਰ ਤੇਰ ਕਰਨੀ, ਈਰਖਾ ਦਵੈਸ਼ ਕਰਨੀ। ਇੰਦਰੀ ਕੈ ਜਤਨ ਨਾਮ ਉਚਰੈ, ਕਹਿੰਦੇ ਆਪਣੀਆਂ ਇੰਦਰੀਆਂ ਨੂੰ ਜਤ ਵਿੱਚ ਰੱਖੇ, ਸੰਜਮ ਵਿੱਚ ਰੱਖੇ, ਪਰਹੇਜ਼ ਵਿੱਚ ਰੱਖੇ, ਲਿਮਟ ਵਿੱਚ ਰੱਖੇ, ਤੇ ਸਦਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੇ, ਵਾਹਿਗੁਰੂ ਦੀ ਯਾਦ ਵਿੱਚ ਜੁੜੇ, ਰੱਬ ਰੱਬ ਕਹੇ, ਭਾਵ ਰੱਬ ਦਾ ਧਿਆਨ ਕਰੇ। ਕਹੋ ਕਬੀਰ ਹਮ ਐਸੇ ਲੱਖਣ, ਲੱਖਣ ਦਾ ਅਰਥ ਹੁੰਦਾ ਲੱਛਣ, ਨਿਸ਼ਾਨੀਆਂ। ਆਪਾਂ ਕਹਿੰਦੇ ਤੇਰੇ ਲੱਛਣ ਚੰਗੇ ਨਹੀਂ ਜਾਂ ਲੱਖਣ ਚੰਗੇ ਨਹੀਂ, ਉਹਦਾ ਮਤਲਬ ਹੁੰਦਾ ਵੀ ਨਿਸ਼ਾਨੀਆਂ ਤੇਰੇ ਵਿਹਾਰ ਦੀਆਂ ਬਹੁਤੀਆਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ। ਜੋ ਤੇਰੇ ਵਿਹਾਰ 'ਚੋਂ ਜਿਹੜੀਆਂ ਨਿਸ਼ਾਨੀਆਂ ਪ੍ਰਗਟ ਹੋ ਰਹੀਆਂ ਨੇ ਨਾ, ਉਹਨਾਂ ਤੋਂ ਲੱਗ ਰਿਹਾ ਵੀ ਤੂੰ ਗਲਤ ਪਾਸੇ ਹੈ।
ਕਬੀਰ ਜੀ ਮਹਾਰਾਜ ਨੇ ਇਹ ਪੋਜ਼ਿਟਿਵ ਅਰਥਾਂ ਵਿੱਚ ਵਰਤ, ਕਹੋ ਕਬੀਰ ਹਮ ਐਸੇ ਲਖਨ। ਕਬੀਰ ਜੀ ਕਹਿੰਦੇ ਭਾਈ ਮੈਂ ਤਾਂ ਇਹਨਾਂ ਲੱਛਣਾਂ ਨੂੰ ਮੰਨਦਾ ਆ ਜਿਹੜੇ ਉੱਪਰ ਦੱਸੇ ਨੇ। ਧੰਨ ਗੁਰਦੇਵ ਅਤ ਰੂਪ ਵਿਚਖਣ, ਧੰਨ ਹੈ ਮੇਰਾ ਸੱਚਾ ਸਤਿਗੁਰੂ, ਪ੍ਰਕਾਸ਼ ਰੂਪ ਵਾਹਿਗੁਰੂ ਸਤਿਗੁਰੂ, ਜਿਸ ਦੀ ਕਿਰਪਾ ਦੇ ਨਾਲ ਅਤ ਰੂਪ ਵਿਚਖਣ ਮੇਰਾ ਆਤਮਿਕ ਰੂਪ ਬੜਾ ਸੋਹਣਾ ਹੋ ਗਿਆ, ਮੇਰਾ ਆਤਮਿਕ ਜੀਵਨ ਬੜਾ ਸੁੰਦਰਤਾ ਭਰਪੂਰ ਹੋ ਗਿਆ, ਮੇਰਾ ਆਤਮਿਕ ਜੀਵਨ ਬੜਾ ਸਤ ਸੁਹਾਣ ਸਦਾ ਮਨ ਚਾਉ ਵਾਲਾ ਹੋ ਗਿਆ। ਸਾਹਿਬ ਕਿਰਪਾ ਕਰਨ, ਸ਼ਬਦ ਦਾ ਜੋ ਉਪਦੇਸ਼ ਹੈ, ਤਤ ਭਾਵ ਹੈ, ਉਹ ਸਾਡੇ ਸਾਰਿਆਂ ਦੇ ਮਨ ਹਿਰਦੇ 'ਚ ਵਸੇ। ਗਰੀਬ ਨਵਾਜ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਾਰੀ ਸੰਗਤ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।